परम सत्कारयोग साध संगत जी, रसना पवित्र करिए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, साखी का सिरलेख है गरीब निवाज गुसैया मेरा। साखी संबंधित है बीबी सुखविंदर कौर पुर जी। साखीकार हैं संत अजीत सिंह जी लाइल ਅਤੇ संत हरपाल सिंह जी सेवक। गुरसाखी भाग 1 पेज 362। साधु जगजीत सिंह सच्चे पातशाह ਦਾ ਸਾਡੇ ਲਈ ਭਗਵਾਨ ਕ੍ਰਿਸ਼ਨ ਹਨ ਅਤੇ ਅਸੀਂ ਉਹਨਾਂ ਦੇ ਸੁਦਾਮੇ। ਜਿਵੇਂ ਭਗਵਾਨ ਨੇ ਆਪਣੇ ਭਗਤ ਸੁਦਾਮੇ ਦਾ ਦਲੀਦਰ ਕੱਟਿਆ, ਗਰੀਬੀ ਕੱਟ ਦਿੱਤੀ, ਮਹਿਲ ਬਣਾ ਦਿੱਤੇ, ਇਸੇ ਤਰ੍ਹਾਂ ਸਾਧੂ ਸੱਚੇ ਪਾਤਸ਼ਾਹ ਨੇ ਸਾਡੇ ਜਨਮਾਂ ਜਨਮਾਂਤਰਾਂ ਦੇ ਮਾੜੇ ਕਰਮ ਕੱਟ ਕੇ ਇੱਥੇ ਨਿਊਯਾਰਕ ਵਿੱਚ ਮਹਿਲ ਖੜ੍ਹੇ ਕਰ ਦਿੱਤੇ ਅਤੇ ਦਿੱਲੀ ਵਿੱਚ ਵੀ ਇੱਕ ਮਕਾਨ ਨੂੰ ਤਰਦੇ ਸਾਂ 2 ਬਣ ਗਏ। ਧੰਨ ਹਨ ਸਾਡੇ ਸਾਧੂ ਸੱਚੇ ਪਾਤਸ਼ਾਹ ਜੀ, ਦੁਨਿਆਵੀ ਸੁੱਖ ਵੀ ਬਖਸ਼ੇ ਅਤੇ ਸਿੱਖੀ ਵੀ ਬਖਸ਼ੀ। ਮੈਂ ਸੱਚੇ ਪਾਤਸ਼ਾਹ ਜੀ ਦਾ ਦੇਣ ਨਹੀਂ ਦੇ ਸਕਦੀ। ਮੈਂ ਤਾਂ ਅਰਦਾਸ ਕਰਦੀ ਹਾਂ ਕਿ ਜਦੋਂ ਵੀ ਜਨਮ ਲਾਵਾਂ ਸਾਧੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਹੀ ਧਿਆਵਾਂ, ਉਹਨਾਂ ਦੇ ਹੀ ਗੁਣ ਗਾਵਾਂ। ਤੇਰੇ ਗੁਣ ਗਾਵਾ ਦੇਹ ਬੁਝਾਈ। ਇਸ ਤਰ੍ਹਾਂ ਵੈਰਾਗੀ ਹੋਈ ਬੀਬੀ ਸੁਖਵਿੰਦਰ ਸ਼ਰਧਾ, ਪ੍ਰੇਮ ਅਤੇ ਭਗਤੀ ਰਸ ਭਰੇ ਸ਼ਬਦਾਂ 'ਚ ਗੁਰੂ ਜਸ ਕਰ ਰਹੀ ਸੀ। ਬੀਬੀ ਜੀ ਆਪਣੇ ਸਾਧੂ ਸੱਚੇ ਪਾਤਸ਼ਾਹ ਦਾ ਧੰਨ ਹਨ ਹੀ, ਉਹ ਸਿੱਖ ਵੀ ਧੰਨ ਹੁੰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰ ਵਸਦਾ ਹੈ। ਸਾਧੂ ਸੱਚੇ ਪਾਤਸ਼ਾਹ ਨੂੰ ਤਾਂ ਚਾਅ ਹੁੰਦਾ ਹੈ ਦਾਤਾ ਵੰਡਣ ਦਾ, ਪਰ ਸਾਨੂੰ ਹੀ ਕਈ ਵਾਰ ਝੋਲੀ ਫੈਲਾਉਣੀ ਨਹੀਂ ਆਉਂਦੀ, ਮੰਗ ਮੰਗਣੀ ਨਹੀਂ ਆਉਂਦੀ। ਕੋਈ ਤਕਲੀਫ ਆ ਜਾਏ ਤਾਂ ਕਈ ਵਾਰ ਸਾਡਾ ਸਿਦਕ ਡੋਲ ਜਾਂਦਾ ਹੈ। ਔਖੇ ਸਮੇਂ ਵੀ ਸਿਦਕ ਕਾਇਮ ਰਹੇ ਤਾਂ ਫਿਰ ਕੋਈ ਘਾਟਾ ਨਹੀਂ ਰਹਿੰਦਾ। ਤੁਸੀਂ ਦੱਸੋ ਤੁਹਾਡੇ 'ਤੇ ਕਿਵੇਂ ਕਿਰਪਾ ਹੋਈ? ਕਿਸ ਤਰ੍ਹਾਂ ਤੁਸੀਂ ਬਖਸ਼ਿਸ਼ ਦੇ ਪਾਤਰ ਬਣੇ? ਤੁਹਾਡਾ ਪਿਛੋਕੜ ਕਿੱਥੋਂ ਦਾ ਹੈ? ਪੇਕੇ ਕੌਣ ਹਨ? ਇੱਥੇ ਨਿਊਯਾਰਕ ਵਿੱਚ ਕਦੋਂ ਦੇ ਆਏ ਹੋ? ਇਸ ਤਰ੍ਹਾਂ ਦੇ ਕਿੰਨੇ ਸਵਾਲ ਮੈਂ ਬੀਬੀ ਸੁਖਵਿੰਦਰ ਕੌਰ ਨੂੰ ਇਕੱਠੇ ਹੀ ਕਰ ਦਿੱਤੇ। ਬੀਬੀ ਨੇ ਆਪਣੇ ਮਾਤਾ ਪਿਤਾ ਤੋਂ ਸ਼ੁਰੂ ਕਰਕੇ ਵਿਆਹ ਹੋਣਾ, ਸਹੁਰੇ ਪਰਿਵਾਰ ਬਾਰੇ ਅਤੇ ਸਾਧੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਮਰੀਕਾ ਤੱਕ ਪਹੁੰਚਣ ਦੀ ਸਾਰੀ ਕਹਾਣੀ ਵਿਸਥਾਰ ਨਾਲ ਸੁਣਾਉਣੀ ਸ਼ੁਰੂ ਕੀਤੀ। ਮੇਰੇ ਪਿਤਾ ਜੀ ਸੰਤ ਪ੍ਰੀਤਮ ਸਿੰਘ ਜੀ, ਮਾਤਾ ਹਰਬੰਸ ਕੌਰ ਸੋਧਣ ਮੰਡੀ, ਹਿਮਾਚਲ। ਟਕਸਾਲੀ ਨਾਮਧਾਰੀ ਪਰਿਵਾਰ ਹਨ। ਮੇਰੇ ਮਾਤਾ ਪਿਤਾ ਅਤੇ ਵੱਡੇ ਪ੍ਰਤਾਪ ਵਾਲੇ ਸਾਧੂ ਪ੍ਰਤਾਪ ਸਿੰਘ ਜੀ ਦੀਆਂ ਵੱਡੀਆਂ ਬਖਸ਼ਿਸ਼ਾਂ ਸਨ। ਜਦੋਂ ਤੋਂ ਅਸੀਂ ਭੈਣਾਂ ਭਰਾਵਾਂ ਨੇ ਹੋਸ਼ ਸੰਭਾਲੀ, ਬੇਅੰਤ ਪਾਤਸ਼ਾਹ ਸਾਧੂ ਜਗਜੀਤ ਸਿੰਘ ਜੀ ਦਾ ਬੇਅੰਤ ਪਿਆਰ ਮਾਣਿਆ। ਮੇਰੀ ਮਾਤਾ ਦੀ ਸੋਧ ਹੁੰਦੀ ਸੀ ਅਤੇ ਮੈਂ ਵੀ ਸੋਧ ਰੱਖਦੀ ਸੀ। ਸਾਧੂ ਜਗਜੀਤ ਸਿੰਘ ਜੀ ਮੈਨੂੰ ਸੋਧਣ ਕੁੜੀ ਕਿਹਾ ਕਰਦੇ ਸੀ। ਬੜੀਆਂ ਹੀ ਖੁਸ਼ੀਆਂ ਬਖਸ਼ੀਆਂ। 1975 ਈਸਵੀ ਵਿੱਚ ਸ਼੍ਰੀ ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਿਮਿਤ ਸ਼੍ਰੀ ਆਦਿ ਗ੍ਰੰਥ ਸਾਹਿਬ ਦੇ 1.25 ਲੱਖ ਪਾਠਾਂ ਦਾ ਮਹਾਨ ਯੱਗ ਹੋ ਰਿਹਾ ਸੀ। ਪਾਠਾਂ ਦੇ ਯੱਗ ਵਿੱਚ ਮੰਡੀ ਦੀਆਂ ਹੋਰ ਬੀਬੀਆਂ ਦੇ ਨਾਲ ਮੈਂ ਵੀ ਸ਼੍ਰੀ ਭੈਣੀ ਸਾਹਿਬ ਆ ਗਈ। ਐਸੇ ਦੌਰਾਨ ਇੱਕ ਵਾਰ ਮੇਰੇ ਪਿਤਾ ਜੀ ਸ਼੍ਰੀ ਭੈਣੀ ਸਾਹਿਬ ਆਏ। ਸਾਧੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸੇ, ਸਾਧੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸੇ। ਗਰੀਬ ਨਿਵਾਜ ਹੁਕਮ ਕੀਤਾ, ਪ੍ਰੀਤਮ ਸਿਆਂ ਤੇਰੀ ਸੋਧਣ ਕੁੜੀ ਦਾ ਆਨੰਦ ਕਾਰਜ ਕਰ ਦਈਏ। ਜਿਵੇਂ ਰਜਾ ਸੱਚੇ ਪਾਤਸ਼ਾਹ, ਅਸੀਂ ਵੀ ਤੁਹਾਡੇ ਅਤੇ ਬੱਚੇ ਵੀ ਤੁਹਾਡੇ। ਮੁੰਡਾ ਵੇਖਣਾ ਹੀ? ਗਰੀਬ ਨਿਵਾਜ, ਆਪ ਜੀ ਨੇ ਵੇਖਿਆ ਹੈ, ਆਪ ਜੀ ਮੇਰੇ ਨਾਲੋਂ ਚੰਗਾ ਹੀ ਕਰੋਗੇ। ਫਿਰ ਕਦੋਂ ਵਿਆਹ ਕਰੀਏ? ਇਹ ਤਾਂ ਆਪ ਜੀ ਦੀ ਰਜਾ ਹੈ। ਮੇਰੇ ਵੱਲੋਂ ਭਾਵੇਂ ਸਵੇਰੇ ਹੀ ਕਰ ਦਿਓ। ਸ਼ਾਬਾਸ਼ ਸ਼ਾਬਾਸ਼, ਤੈਨੂੰ ਖੁਸ਼ੀਆਂ, ਤੈਨੂੰ ਸਾਧੂ ਪ੍ਰਤਾਪ ਸਿੰਘ ਜੀ ਦੀਆਂ ਅਨੰਤ ਖੁਸ਼ੀਆਂ। ਸਾਧੂ ਸੱਚੇ ਪਾਤਸ਼ਾਹ ਨੇ ਬਹੁਤ ਖੁਸ਼ੀਆਂ ਬਖਸ਼ੀਆਂ ਅਤੇ ਅਗਲੇ ਦਿਨ ਆਸਾ ਦੀ ਵਾਰ ਤੋਂ ਬਾਅਦ ਮੇਰਾ ਆਨੰਦ ਕਾਰਜ ਹੋ ਗਿਆ। ਮੇਰੇ ਵੱਡੇ ਭਾਗ ਹਨ ਕਿ ਮੇਰਾ ਪੇਕਾ ਅਤੇ ਸਹੁਰਾ ਪਰਿਵਾਰ ਸਾਧੂ ਸੱਚੇ ਪਾਤਸ਼ਾਹ ਦੀਆਂ ਵਿਸ਼ੇਸ਼ ਬਖਸ਼ਾਂ ਦੇ ਪਾਤਰ ਹਨ। ਮੇਰਾ ਆਨੰਦ ਕਾਰਜ ਸੰਤ ਭੁਪਿੰਦਰ ਸਿੰਘ ਪੁਰ ਜੀ ਨਾਲ ਹੋਇਆ। ਮੇਰੇ ਸਹੁਰਾ ਸਾਹਿਬ ਸੰਤ ਹੁਕਮ ਸਿੰਘ ਜੀ ਬੜੇ ਸਾਧੂ ਅਤੇ ਵਿਦਵਾਨ ਸਨ। ਸਾਧੂ ਸੱਚੇ ਪਾਤਸ਼ਾਹ ਜੀ ਦੇ ਰਿਕਾਰਡ ਉਪਦੇਸ਼ ਵਿੱਚ ਵੀ ਉਹਨਾਂ ਬਾਰੇ ਜ਼ਿਕਰ ਹੈ। ਮੇਰੀ ਸੱਸ ਮਾਤਾ ਜਸਵੰਤ ਕੌਰ ਸੀ। ਅਸੀਂ ਅਲਪ ਬੁੱਧੀ ਜੋ ਹੋਏ, ਕਈ ਵਾਰ ਪਤਾ ਹੀ ਨਹੀਂ ਹੁੰਦਾ
ਕਿ ਸ਼੍ਰੀ ਸਤਿਗੁਰੂ ਜੀ ਨੂੰ ਅਰਜ਼ ਕਿਵੇਂ ਕਰਨੀ ਹੈ। ਮੈਂ ਆਨੰਦ ਕਾਰਜ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਅਰਜ਼ ਕੀਤੀ, ਗਰੀਬ ਨਿਵਾਜ ਮੇਰੀ ਵੱਡੀ ਭੈਣ ਤੇ ਭਰਾ ਅਜੇ ਵਿਆਹੁਣ ਵਾਲੇ ਹਨ। ਮੈਂ ਤਾਂ ਆਪਣੀ ਭੈਣ ਅੱਗੇ ਕੰਢੇ ਬੀਜ ਦਿੱਤੇ ਹਨ। ਇਸ ਤਰ੍ਹਾਂ ਨਹੀਂ ਆਖੀਦਾ। ਹਰ ਇੱਕ ਦਾ ਆਪੋ ਆਪਣਾ ਕਰਮ ਹੁੰਦਾ ਹੈ। ਉਹਨਾਂ ਦਾ ਵੀ ਆਨੰਦ ਛੇਤੀ ਹੋ ਜਾਏਗਾ। ਅਤੇ ਤੈਨੂੰ ਜਿਸ ਚੀਜ਼ ਦੀ ਲੋੜ ਹੋਵੇ ਕਦੇ ਵੀ ਆਪਣੇ ਮਾਪਿਆਂ ਤੋਂ ਨਹੀਂ ਮੰਗਣੀ। ਹੁਣ ਤਾਂ ਮੈਂ ਹੀ ਤੇਰੀ ਮਾਂ ਅਤੇ ਮੈਂ ਹੀ ਤੇਰਾ ਪਿਤਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਅਰਜ਼ ਤੋਂ ਨਾਰਾਜ਼ ਨਹੀਂ ਹੋਏ, ਸਗੋਂ ਬੜੇ ਪਿਆਰ ਨਾਲ ਸਮਝਾਇਆ। ਫਿਰ ਐਸੀ ਬਿੱਦ ਬਣੀ ਕਿ ਮੇਰੀ ਉਸ ਭੈਣ ਦਾ ਰਿਸ਼ਤਾ ਵੀ ਮੇਰੇ ਰਾਹੀਂ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕੀਤੀ, ਪੁੱਤਰਾਂ ਦੀਆਂ 2 ਜੋੜੀਆਂ ਬਖਸ਼ੀਆਂ, ਗੁਰਸੇਵ ਸਿੰਘ, ਗੁਰਪ੍ਰੀਤ ਸਿੰਘ ਲਾਲ ਜੀ, ਚਿਰਨਜੀਵ ਸਿੰਘ ਅਤੇ ਲਖਵੀਰ ਸਿੰਘ। ਚੰਗਾ ਸਮਾਂ ਬੀਤਦਾ ਗਿਆ। ਕੋਈ ਸਾਡਾ ਹੀ ਕਰਮ ਹੋਵੇਗਾ। ਘਰ ਵਿੱਚ ਬੜੀ ਗਰੀਬੀ ਆ ਗਈ। ਦਿੱਲੀ ਰਹਿੰਦੇ ਸਾਂ। ਸ਼ਹਿਰ ਵਿੱਚ ਖਰਚੇ ਵੀ ਬਹੁਤ ਹੁੰਦੇ ਹਨ। ਇਹ ਯਾਨੀ ਭੁਰਜੀ ਜੀ ਸਤਿਯੁਗ ਵਿੱਚ ਹੰਸਪਾਲ ਜੀ ਨਾਲ ਸੇਵਾ ਕਰਦੇ ਸਨ। ਜਿੰਨਾ ਕੁ ਖਰਚਾ ਮਿਲਦਾ ਐਡੇ ਪਰਿਵਾਰ ਵਿੱਚ ਗੁਜ਼ਾਰਾ ਬਹੁਤ ਔਖਾ ਹੁੰਦਾ। ਮੈਂ ਜਦੋਂ ਵੀ ਅਰਦਾਸ ਕਰਨੀ ਹੈ ਉਹ ਬੇਨਤੀ ਕਰਨੀ, ਸੱਚੇ ਪਾਤਸ਼ਾਹ ਮੇਰੇ 'ਤੇ ਸੁਦਾਮੇ ਵਾਂਗ ਕਿਰਪਾ ਕਰੋ। ਮੈਂ ਤਾਂ ਸੁਦਾਮੇ ਵਰਗੀ ਭਗਤ ਨਹੀਂ, ਨਾ ਆਪ ਜੀ ਦੀ ਬਾਲ ਸਖਾ ਹਾਂ, ਪਰ ਆਪ ਤਾਂ ਉਹ ਭਗਵਾਨ ਹੈ। ਜਿਵੇਂ ਸੁਦਾਮੇ ਦੀ ਗਰੀਬੀ ਕੱਟੀ ਸੀ ਇਸੇ ਤਰ੍ਹਾਂ ਮੇਰੀ ਗਰੀਬੀ ਕੱਟੋ। ਮੇਰੀ ਨੇੜੇ ਹੋ ਕੇ ਅਰਦਾਸ ਸੁਣੋ। ਸੱਚੇ ਪਾਤਸ਼ਾਹ ਨੇ ਐਸੀ ਬਿੱਦ ਬਣਾਈ ਕਿ 1997 ਵਿੱਚ ਮਿਲਵਾਕੀ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ 'ਤੇ ਮੇਰੇ ਪਤੀ ਅਮਰੀਕਾ ਆ ਗਏ। ਅਸੀਂ ਬਾਕੀ ਸਾਰਾ ਪਰਿਵਾਰ ਦਿੱਲੀ ਹੀ ਸਾਂ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਿੱਲੀ ਦਰਸ਼ਨ ਦੇ ਰਹੇ ਸਨ। ਮੈਂ ਘਰ ਚਰਨ ਪਾਉਣ ਦੀ ਅਰਜ਼ ਕੀਤੀ, ਪ੍ਰਵਾਨ ਹੋ ਗਈ। ਜਦੋਂ ਸੱਚੇ ਪਾਤਸ਼ਾਹ ਜੀ ਦਾ ਸਾਡੇ ਇਲਾਕੇ ਵਿੱਚ ਪ੍ਰੋਗਰਾਮ ਬਣਿਆ, ਸੰਤ ਨਗਰ ਸਾਹਿਬਪੁਰਾ ਵਿੱਚ ਸਾਡਾ ਘਰ ਸੀ। ਐਸਾ ਕਾਰਨ ਬਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਗੱਡੀਆਂ ਸਾਡੇ ਘਰ ਅੱਗੇ ਤੇ ਅਸੀਂ ਕੋਈ ਵੀ ਘਰ ਨਾ, ਤਾਲਾ ਵੱਜਾ ਹੋਇਆ ਸੀ। ਪ੍ਰਬੰਧਕ ਬੜੇ ਨਾਰਾਜ਼ ਕਿ ਅਰਜ਼ ਕਰ ਲੈਂਦੇ ਹਨ, ਘਰ ਤਾਲਾ ਲਾ ਕੇ ਚਲੇ ਜਾਂਦੇ ਹਨ। ਅਸੀਂ ਜਦੋਂ ਘਰ ਆਏ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਜੀ ਬੂਹੇ ਅੱਗੇ ਹੋ ਕੇ ਚਲੇ ਗਏ ਹਨ। ਅਸੀਂ ਬਹੁਤ ਹੀ ਦੁਖੀ ਹੋਏ। ਹੰਸਪਾਲ ਜੀ ਦੇ ਘਰ ਡੇਰਾ ਸੀ। ਅਸੀਂ ਮਾਂ ਪੁੱਤ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਖਸ਼ਾਉਣ ਗਏ। ਅਰਜ਼ ਕੀਤੀ, ਗਰੀਬ ਨਿਵਾਜ ਜੀ ਸਾਨੂੰ ਬਖਸ਼ੋ, ਬੜੀ ਅਵੱਗਿਆ ਹੋ ਗਈ ਹੈ। ਆਪ ਜੀ ਕਿਰਪਾ ਕੀਤੀ ਤਾਂ ਉਸ ਸਮੇਂ ਅਸੀਂ ਘਰ ਨਹੀਂ ਸਾਂ। ਜਿਹੜੇ ਨਾਮਧਾਰੀਆਂ 'ਚ ਆ ਗਏ ਉਹ ਸਾਰੇ ਬਖਸ਼ੇ ਹੋਏ ਹੀ ਹਨ। ਕੋਈ ਗੱਲ ਨਹੀਂ, ਫਿਰ ਜਦੋਂ ਕਿਤੇ ਪ੍ਰੋਗਰਾਮ ਬਣਿਆ ਫਿਰ ਆ ਜਾਵਾਂਗੇ। ਸੱਚੇ ਪਾਤਸ਼ਾਹ ਨੇ ਬੜੇ ਹੀ ਪਿਆਰ ਨਾਲ ਅਭੈ ਦਾਨ ਦਿੱਤਾ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਕੱਲ੍ਹ ਨੂੰ ਸਾਡੇ ਨੇੜੇ ਹੀ ਕੁਝ ਘਰਾਂ 'ਚ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਉਣੇ ਹਨ। ਰਾਤ ਦੇ 11 ਵੱਜ ਚੁੱਕੇ ਸਨ। ਮੈਂ ਆਪਣੇ ਕਾਕੇ ਗੁਰਸੇਵ ਨੂੰ ਕਿਹਾ, ਕਾਕਾ ਕੱਲ੍ਹ ਨੂੰ ਅਰਜ਼ ਕਰਾਂਗੇ ਚਰਨ ਪਾਉਣ ਵਾਸਤੇ, ਪਰ ਘਰ ਤਾਂ ਮੱਥਾ ਟੇਕਣ ਲਈ ਕੋਈ ਪ੍ਰਸ਼ਾਦ ਵੀ ਹੈ ਨਹੀਂ। ਗੁਰਸੇਵ ਕਰੀਬ ਰਾਤ 11:30 ਵਜੇ ਇੱਕ ਦੁਕਾਨ ਜੋ ਘਰ ਵਿੱਚ ਹੀ ਸੀ ਖੁਲਵਾ ਕੇ ਪਤਾਸੇ ਲੈ ਕੇ ਆਇਆ। ਅਗਲੇ ਦਿਨ ਸਵੇਰੇ ਸਾਜਰੇ ਜਦੋਂ ਸੱਚੇ ਪਾਤਸ਼ਾਹ ਜੀ ਸਾਡੇ ਘਰ ਤੋਂ 3-4 ਘਰ ਛੱਡ ਕੇ ਬੀਬੀ ਬਲਬੀਰ ਕੌਰ ਦੇ ਘਰ ਚਰਨ ਪਾਏ ਤਾਂ ਜਾ ਕੇ ਮੈਂ ਅਰਜ਼ ਕੀਤੀ, ਗਰੀਬ ਨਿਵਾਜ ਸਾਡੇ ਘਰ ਵੀ ਅੱਜ ਚਰਨ ਪਾਉਣ ਦੀ ਕਿਰਪਾ ਕਰੋ। ਕਿੰਨੀ ਨੇੜੇ ਹੈ ਤੁਹਾਡਾ ਘਰ? ਪਾਤਸ਼ਾਹ ਜੀ ਨੇ ਪੁੱਛਿਆ। ਗਰੀਬ ਨਿਵਾਜ ਜੀ ਥੋੜ੍ਹੀ ਹੀ ਦੂਰ ਹੈ। ਕਿੰਨੀ ਕੁ ਨੇੜੇ ਹੈ? ਪਾਤਸ਼ਾਹ ਜੀ ਨੇ ਫਿਰ ਇਸੇ ਤਰ੍ਹਾਂ ਬਚਨ ਕੀਤਾ। ਜਦੋਂ ਤੀਸਰੀ ਵਾਰ ਮੈਂ ਅਰਜ਼ ਕੀਤੀ ਕਿ 3 ਕੁ ਘਰ ਛੱਡ ਕੇ ਬਿਲਕੁਲ ਨੇੜੇ ਹੀ ਹੈ, ਹੁਕਮ ਹੋਇਆ ਤੁਸੀਂ ਚੱਲੋ ਮੈਂ ਆਉਂਦਾ ਹਾਂ। ਕਿੰਨੀ ਕੁ ਨੇੜੇ ਹੈ? ਬਚਨ ਦੀ ਮੈਨੂੰ ਫਿਰ ਸਮਝ ਆਈ ਕਿ ਵਾਰ-ਵਾਰ ਮੈਂ ਸੱਚੇ ਪਾਤਸ਼ਾਹ ਜੀ ਨੂੰ ਅਰਦਾਸ 'ਚ ਕਹਿੰਦੀ ਸੀ, ਵਾਰ-ਵਾਰ ਸੱਚੇ ਪਾਤਸ਼ਾਹ ਜੀ ਕਿੰਨੀ ਕੁ ਨੇੜੇ ਹੈ ਬਚਨ ਕਿਉਂ ਕਰ ਰਹੇ ਸਨ? ਕਿਉਂਕਿ ਮੈਂ ਜੋ ਰੋਜ਼ ਅਰਦਾਸ ਕਰਦੀ ਸਾਂ ਕਿ ਸੱਚੇ ਪਾਤਸ਼ਾਹ ਮੇਰੀ ਨੇੜੇ ਹੋ ਕੇ ਅਰਜ਼ ਸੁਣੋ। ਅਸੀਂ ਮੰਜਾ ਵਿਛਾਇਆ ਹੋਇਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਆ ਕੇ ਮੰਜੇ 'ਤੇ ਬਿਰਾਜਮਾਨ ਹੋ ਗਏ। ਮੈਂ ਥਾਲੀ 'ਚ ਪਤਾਸੇ ਪਾ ਕੇ ਉੱਤੇ ਕੱਪੜਾ ਰੱਖ ਕੇ ਮੱਥਾ ਟੇਕਿਆ। ਘਰ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਸੀ। ਫਰਸ਼ ਵੀ ਟੁੱਟਿਆ ਅਤੇ ਛੱਤ ਵੀ ਜਿਵੇਂ ਡਿੰਗੂ ਹੀ ਕਰਦੀ ਹੋਵੇ। ਸੱਚੇ ਪਾਤਸ਼ਾਹ ਜੀ ਨੇ ਚੁਫੇਰੇ ਨਿਗਾਹ ਮਾਰੀ, ਫੇਰੀ ਗੰਭੀਰ ਹੋ ਗਏ। ਕੋਈ ਬਚਨ ਹੀ ਨਾ ਕੀਤਾ। ਫਿਰ ਗਰੀਬ ਨਿਵਾਜੀ ਕਾਕੇ ਗੁਰਪ੍ਰੀਤ ਵੱਲ ਵੇਖ ਬਚਨ ਕੀਤਾ, ਤੂੰ ਵੀ ਮੱਥਾ ਟੇਕ ਲੈ। ਉਸਨੇ ਦੋਵੇਂ ਚਰਨ ਫੜ ਕੇ ਮੱਥਾ ਟੇਕਿਆ।
ਗਰੀਬ ਨਿਵਾਜ ਨੇ ਪਤਾਸਿਆਂ ਤੋਂ ਕੱਪੜਾ ਪਾਸੇ ਹਟਾ ਕੇ ਮੁੱਠ ਭਰ ਕੇ ਪਤਾਸਿਆਂ ਦੀ ਜੇਬ ਵਿੱਚ ਪਾ ਲਈ। ਫਿਰ ਇੱਕ ਹੋਰ ਮੁੱਠ ਭਰ ਕੇ ਬਚਨ ਕੀਤਾ, ਇਹ ਮੇਰੀ ਸਿੰਘਣੀ ਵਾਸਤੇ। ਬੜੀ ਹੀ ਪ੍ਰਸੰਨ ਮੁਦਰਾ ਵਿੱਚ 2 ਮੁੱਠਾਂ ਪਤਾਸਿਆਂ ਦੀਆਂ ਜੇਬ ਵਿੱਚ ਪਾ ਕੇ ਖੁਸ਼ੀਆਂ ਬਖਸ਼ੀਆਂ। ਜਿਵੇਂ ਸੁਦਾਮੇ ਦੇ ਭੁੱਜੇ ਚੌਲਾਂ ਦੀਆਂ 2 ਮੁੱਠਾਂ ਛਕ ਕੇ ਉਸਦੀ ਗਰੀਬੀ ਕੱਟੀ ਸੀ। ਸਾਡੇ 'ਤੇ ਐਵੇਂ ਹੀ ਕਿਰਪਾ ਕੀਤੀ। ਨਾਲ ਦੇ ਸੇਵਕ ਆਖਣ, ਤੁਹਾਡਾ ਪ੍ਰਸ਼ਾਦ ਪ੍ਰਵਾਨ ਹੋ ਗਿਆ ਹੈ। ਸੱਚੇ ਪਾਤਸ਼ਾਹ ਕਦੇ ਜੇਬ 'ਚ ਪਤਾਸੇ ਨਹੀਂ ਪਾਉਂਦੇ। ਸਾਨੂੰ ਵੀ ਪ੍ਰਸ਼ਾਦ ਦਿਓ। ਆਂਢੀਆਂ ਗੁਆਂਢੀਆਂ ਸਭ ਨੇ ਪ੍ਰਸ਼ਾਦ ਲਿਆ। ਲੱਖ ਖੁਸ਼ੀਆਂ ਪਾਤਸ਼ਾਹੀਆ ਜੇ ਸਤਿਗੁਰ ਨਦਰ ਕਰੇ। ਐਸੀ ਕਿਰਪਾ ਹੋਈ, ਛੇਤੀ ਹੀ ਸਾਡਾ 3 ਲੜਕਿਆਂ ਦਾ ਅਤੇ ਮੇਰਾ ਵੀਜ਼ਾ ਆ ਗਿਆ। ਟਿਕਟਾਂ ਵੀ ਸੱਚੇ ਪਾਤਸ਼ਾਹ ਜੀ ਲੈ ਕੇ ਦਿੱਤੀਆਂ। ਅਸੀਂ ਅਮਰੀਕਾ ਆ ਗਏ। ਵੱਡਾ ਕਾਕਾ ਗੁਰਸੇਵ ਸਿੰਘ ਪਰਿਵਾਰ ਸਮੇਤ ਦਿੱਲੀ ਹੈ। ਬੱਚੇ ਵਿਆਹੇ ਗਏ ਹਨ। ਪੋਤਰੇ ਪੋਤਰੀਆਂ ਵਾਲਾ ਵੱਡਾ ਬਾਗ ਪਰਿਵਾਰ ਹੈ। ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਇੱਥੇ ਲੌਂਗ ਆਈਲੈਂਡ ਵਿੱਚ ਵਧੀਆ ਇਲਾਕੇ ਵਿੱਚ ਮਹਿਲ ਵਰਗਾ ਘਰ ਹੈ। ਦਿੱਲੀ ਵੀ ਮਕਾਨ ਵਧੀਆ ਬਣ ਗਿਆ ਹੈ। ਸਾਡੇ ਬੱਚੇ ਸੁਖੀ ਹਨ। ਸਾਡੀਆਂ ਗਰੀਬਾਂ ਦੀਆਂ 2 ਮੁੱਠਾਂ ਪਤਾਸਿਆਂ ਦੀਆਂ ਪ੍ਰਵਾਨ ਕਰਨ ਕਰਕੇ ਇਹ ਭਾਗ ਲੱਗੇ ਹਨ। ਧੰਨ ਧੰਨ ਸਾਡੇ ਸੱਚੇ ਪਾਤਸ਼ਾਹ। ਕੀ ਗੁਣ ਗਾਈਏ ਸਤਿਗੁਰੂ ਸੱਚੇ ਪਾਤਸ਼ਾਹ ਦੇ। ਸਿਰਫ ਸਾਡੀ ਗਰੀਬੀ ਹੀ ਨਹੀਂ ਕੱਟੀ, ਦੁੱਖ ਰੋਗ ਵੀ ਕੱਟੇ ਹਨ। ਇਹ ਸਾਡਾ ਸਭ ਤੋਂ ਛੋਟਾ ਕਾਕਾ ਲਖਵੀਰ ਬਚਪਨ ਤੋਂ ਹੀ ਪੋਲੀਓ ਕਾਰਨ ਲੱਤਾਂ ਤੋਂ ਅਪਾਹਜ ਸੀ। ਤੁਰਨ ਵਿੱਚ ਕਾਫੀ ਦਿੱਕਤ ਸੀ। ਪਹਿਲਾਂ ਦਿੱਲੀ ਹੁਕਮ ਅਨੁਸਾਰ ਡਾਕਟਰ ਸਤਨਾਰਾਇਣ ਤੋਂ ਇਲਾਜ ਕਰਵਾਉਂਦੇ ਰਹੇ। ਫਿਰ ਇੱਥੇ ਅਮਰੀਕਾ ਆ ਗਏ। ਇਸ ਨੇ 11ਵੀਂ 12ਵੀਂ ਇੱਥੇ ਹੀ ਕੀਤੀ ਹੈ। ਇੱਕ ਵਾਰ ਇਕੱਲਾ ਰਿਚਮੌਂਡ ਹਿੱਲ ਇਲਾਕੇ ਵਿੱਚ ਗਿਆ ਹੋਇਆ ਸੀ। ਕਿਸੇ ਟਰੱਕ ਨੇ ਫੇਟ ਮਾਰ ਦਿੱਤੀ। ਪੁਲਿਸ ਨੇ ਹਸਪਤਾਲ ਦਾਖਲ ਕਰਵਾ ਦਿੱਤਾ। ਸਾਨੂੰ ਸੁਨੇਹਾ ਮਿਲਿਆ। ਅਸੀਂ ਗਏ ਤਾਂ ਵੇਖ ਕੇ ਬੜੇ ਪਰੇਸ਼ਾਨ ਹੋਏ। ਡਾਕਟਰ ਕਿਹਾ ਆਪਰੇਸ਼ਨ ਕਰਨਾ ਪਵੇਗਾ। ਸਬੱਬ ਨਾਲ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਇੱਧਰ ਕੈਨੇਡਾ ਅਮਰੀਕਾ ਦੌਰੇ ਆਏ ਹੋਏ ਸਨ। ਉਸ ਸਮੇਂ ਟੋਰੰਟੋ ਸਨ। ਫੋਨ 'ਤੇ ਅਰਜ਼ ਕੀਤੀ, ਹੁਕਮ ਹੋਇਆ ਮੈਂ 2 ਕੁ ਦਿਨਾਂ ਤੱਕ ਨਿਊਯਾਰਕ ਆਉਣਾ ਹੈ। ਹਸਪਤਾਲ ਆਵਾਂਗਾ। ਆਪਰੇਸ਼ਨ ਕਰਨ ਤੋਂ ਪਹਿਲਾਂ ਡਾਕਟਰ ਨੇ ਪੱਗ 'ਤੇ ਕਛਹਿਰਾ ਲਾਉਣ ਨੂੰ ਕਿਹਾ, ਪਰ ਕਾਕਾ ਗੁਰਪ੍ਰੀਤ ਅੜ ਗਿਆ। ਇਹਨੇ ਕਿਹਾ ਕਿ ਮੇਰਾ ਆਪਰੇਸ਼ਨ ਹੁੰਦਾ ਹੈ, ਹੋਵੇ ਨਹੀਂ ਹੁੰਦਾ ਨਾ ਹੋਵੇ, ਪਰ ਮੈਂ ਨਾ ਕਛਹਿਰਾ ਲਾਉਣਾ ਹੈ ਨਾ ਪੱਗ। ਅਸੀਂ ਕਦੇ ਵੀ ਕਛਹਿਰੇ ਦੇ 2ਵੇਂ ਪਹੁੰਚੇ ਨਹੀਂ ਉਤਾਰਦੇ। ਸਾਡੀ ਮਰਿਆਦਾ ਹੈ। ਅਖੀਰ ਡਾਕਟਰਾਂ ਨੂੰ ਜਿੱਤ ਮੰਨਣੀ ਹੀ ਪਈ। ਆਪਰੇਸ਼ਨ ਠੀਕ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਟੋਰਾਂਟੋ ਤੋਂ ਨਿਊਯਾਰਕ ਆਏ ਤਾਂ ਏਅਰਪੋਰਟ ਤੋਂ ਸਿੱਧੇ ਹਸਪਤਾਲ ਹੀ ਕਿਰਪਾ ਕੀਤੀ। ਚਰਨ ਉੱਪਰ ਕਰਕੇ ਕਾਕੇ ਤੋਂ ਚਰਨਾਂ 'ਤੇ ਮੱਥਾ ਟਿਕਵਾਇਆ। ਬੜਾ ਪਿਆਰ ਬਖਸ਼ਿਆ। ਮਰਿਆਦਾ ਵਿੱਚ ਪੱਕੇ ਰਹਿਣ ਕਰਕੇ ਕੰਡ ਥਾਪੜੀ। ਬੜੀਆਂ ਖੁਸ਼ੀਆਂ ਬਖਸ਼ੀਆਂ। ਐਸੀ ਕਿਰਪਾ ਹੋਈ ਕਿ ਉਸ ਤੋਂ ਬਾਅਦ ਕਾਕਾ ਤੁਰਨ ਲੱਗ ਪਿਆ। ਇਸ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਦੀ ਮੇਰੇ 'ਤੇ ਕਿਰਪਾ ਹੋਈ। ਜਦੋਂ ਅਸੀਂ ਦਿੱਲੀ ਸਾਂ, ਅੱਸੂ ਦੇ ਮਹੀਨੇ ਵਿੱਚ ਜਪ ਪ੍ਰਯੋਗ ਦੇ ਦਿਨਾਂ ਵਿੱਚ ਅਸੀਂ ਦੋਵੇਂ ਜੀ ਸੋਧ ਰੱਖਦੇ ਹੁੰਦੇ ਸਾਂ। ਸਕੂਟਰ 'ਤੇ ਪਾਣੀ ਲੈਣ ਗਏ। ਬਾਜ਼ਾਰ ਵਿੱਚ ਸਕੂਟਰ ਤੋਂ ਡਿੱਗ ਕੇ ਮੇਰੇ ਸਿਰ 'ਤੇ ਸੱਟ ਲੱਗ ਗਈ। ਬੇਹੋਸ਼ ਹੋ ਗਈ। ਕਲਾਵਤੀ ਹਸਪਤਾਲ ਦਾਖਲ ਹੋਈ। ਭੈਣ ਸਾਹਿਬ ਫੋਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕੀਤੀ, ਹੁਕਮ ਹੋਇਆ ਰਜੌਰੀ ਗਾਰਡਨ ਨਰਸਿੰਗ ਹੋਮ ਵਿੱਚ ਦਾਖਲ ਕਰਵਾਓ। ਮੇਰੀ ਭੈਣ ਅਵਨਿੰਦਰ ਕੌਰ ਅਤੇ ਭਣਈਆ ਨਾਰਾਇਣ ਸਿੰਘ ਵੀ ਆ ਗਏ। ਨਾਰਾਇਣ ਸਿੰਘ ਨੇ ਦੱਸਿਆ ਕਿ ਮੈਨੂੰ ਦਰਸ਼ਨ ਹੋਇਆ ਹੈ। ਸਤਿਗੁਰੂ ਜਗਜੀਤ ਸਿੰਘ ਜੀ ਨੇ 2 ਹੱਥਾਂ ਨਾਲ ਤੇਰਾ ਸਿਰ ਫੜਿਆ ਹੋਇਆ ਹੈ। ਐਸੇ ਦੌਰਾਨ ਮੇਰੇ ਪਿਤਾ ਜੀ ਨੂੰ ਦ੍ਰਿਸ਼ਟਾਂਤ ਹੋਇਆ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਮੈਂ ਗੁੱਡੀ ਬਚਾ ਲਈ ਹੈ। ਹਫ਼ਤਾ ਭਰ ਨਰਸਿੰਗ ਹੋਮ ਵਿੱਚ ਰਹੀ। MRI ਕੀਤੀ ਗਈ। ਡਾਕਟਰ ਨੇ ਆਖਿਆ ਕਿ ਦਿਲ ਅਤੇ ਦਿਮਾਗ ਦੀਆਂ 2 ਨਸਾਂ ਦੇ ਵਿਚਾਲੇ ਸੱਟ ਹੈ। ਤੁਹਾਡੇ 'ਤੇ ਪਰਮਾਤਮਾ ਦੀ ਕਿਰਪਾ ਹੋਈ ਹੈ। ਜੋ ਇਹਨਾਂ 2 ਨਸਾਂ ਵਿੱਚੋਂ ਇੱਕ 'ਤੇ ਵੀ ਸੱਟ ਲੱਗ ਜਾਂਦੀ, ਜੇ ਇਹਨਾਂ 2 ਨਸਾਂ ਵਿੱਚੋਂ ਇੱਕ 'ਤੇ ਵੀ ਸੱਟ ਲੱਗ ਜਾਂਦੀ ਤਾਂ ਬਚਣਾ ਬਹੁਤ ਮੁਸ਼ਕਿਲ ਸੀ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਅੱਜ ਹੋਰ ਕੱਲ੍ਹ ਹੋਰ ਠੀਕ ਹੋ ਗਈ। ਕੀ ਗੁਣ ਗਾਈਏ। ਸੂਲੀ ਤੋਂ ਸੂਲ ਕਰ ਦਿੱਤੀ। ਖੁਸ਼ੀਆਂ ਨਾਲ ਝੋਲੀਆਂ ਭਰੀਆਂ। ਧੰਨ ਹਨ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਕਿਰਪਾ ਨਾਲ
दुख रोग सोग पै मिटै कलेसा, बहु सुख उपजे अनंत प्रवेसा। सारी आँख लिए। तान श्री सतगुरु जगजीत सिंह जी।